ਕੱਲ ਆਪਾਂ ਵੈਦਿਕ ਕਾਲ ਬਾਰੇ ਪੜ੍ਹਿਆ ਸੀ, ਹੜੱਪਾ ਸਭਿਅਤਾ ਬਾਰੇ ਪੜ੍ਹਿਆ ਸੀ ਔਰ ਇੱਕ ਚੈਪਟਰ ਹੋਰ ਡਿਸਕਸ ਕੀਤਾ ਸੀ। ਸੋ ਅੱਜ ਆਪਾਂ ਪੜਾਂਗੇ ਭਾਰਤ 600 ਈਸਵੀ ਪੂਰਵ ਤੋਂ ਲੈ ਕੇ 400 ਈਸਵੀ ਪੂਰਵ ਤੱਕ। ਇਹ ਜੋ ਹੈ ਸਮਾਂ ਜਨਪਦ ਅਤੇ ਮਹਾਜਨਪਦ ਦਾ ਕਾਲ ਹੈ। ਹੜੱਪਾ ਸਭਿਅਤਾ ਦੇ ਵਿੱਚ ਜੋ ਸ਼ਹਿਰ ਹੋਂਦ ਵਿੱਚ ਆਏ ਸੀ, ਉਸ ਤੋਂ ਬਾਅਦ ਪੇਂਡੂ ਸਭਿਅਤਾ ਦਾ ਵਿਕਾਸ ਹੋਇਆ। ਇਸ ਤੋਂ ਬਾਅਦ ਫਿਰ ਜੋ ਇਸ ਕਾਲ ਦੇ ਵਿੱਚ ਕੀ ਹੋਇਆ, ਫਿਰ ਤੋਂ ਸ਼ਹਿਰੀ ਸਭਿਅਤਾ ਜੋ ਹੈ, ਅਰਬਨ ਸਿਵਲਾਈਜੇਸ਼ਨ ਜੋ ਹੈ ਫਿਰ ਤੋਂ ਹੋਂਦ ਵਿੱਚ ਆਉਣੀ ਸ਼ੁਰੂ ਹੋ ਗਈ ਮਹਾਜਨਪਦ ਔਰ ਜਨਪਦ ਦੇ ਟਾਈਮ ਦੇ ਵਿੱਚ। ਇਹ ਮਹਾਜਨਪਦ ਔਰ ਜਨਪਦ ਕਿਹੜੇ ਇਲਾਕੇ ਦੇ ਵਿੱਚ ਬਣੇ, ਉਹਨਾਂ ਬਾਰੇ ਆਪਾਂ ਡਿਸਕਸ ਕਰ ਲੈਂਦੇ ਹਾਂ। ਉੱਤਰੀ ਭਾਰਤ ਵਿੱਚ 600 ਈਸਵੀ ਪੂਰਵ ਵਿੱਚ ਕਈ ਗਣਤੰਤਰ ਅਤੇ ਰਾਜਤੰਤਰ ਰਾਜਾਂ ਦੀ ਸਥਾਪਨਾ ਹੋਈ। ਇਹਨਾਂ ਵਿੱਚੋਂ ਜਿਹੜੇ ਵੀ ਤਾਕਤਵਰ ਰਾਜ ਸੀ ਉਹਨਾਂ ਨੂੰ ਮਹਾਜਨਪਦ ਕਹਿ ਦਿੱਤਾ ਗਿਆ। ਜਨਪਦ ਜੋ ਹੈ ਉਹ ਛੋਟਾ ਹੈ ਮਹਾਜਨਪਦ ਤੋਂ। ਮਹਾਜਨਪਦ ਮਤਲਬ ਜਿੰਦੇ ਵਿੱਚ ਬਹੁਤ ਸਾਰੇ ਜਨਪਦ ਇਕੱਠੇ ਆ ਕੇ ਮਿਲ ਜਾਂਦੇ ਆ। ਠੀਕ ਹੈ। ਉੱਤਰੀ ਭਾਰਤ ਦਾ ਇਲਾਕਾ ਜਿਹੜਾ ਹੈ ਉਹ ਗੰਗਾ ਇਲਾਕਾ, ਮੱਧ ਗੰਗਾ ਦਾ ਏਰੀਆ, ਜਿੰਦੇ ਵਿੱਚ ਉੱਤਰੀ ਰਾਜ ਆ ਜਾਂਦੇ ਆ ਭਾਰਤ ਦੇ, ਉਹ ਵਾਲਾ ਇਲਾਕਾ ਜੋ ਹੈ ਉੱਤਰੀ ਭਾਰਤ ਦਾ ਇਲਾਕਾ ਹੈ। ਬੌਧ ਅਤੇ ਜੈਨ ਸਾਹਿਤ ਦੇ ਵਿੱਚ ਮਹਾਜਨਪਦਾਂ ਦੀ ਜੋ ਹੈ 16 ਦਿੱਤੀ ਗਈ ਹੈ। ਇਸ ਲਈ ਇਹਨਾਂ ਨੂੰ ਸੋਡਸ਼ ਜਨਪਦ ਜਾਂ 16 ਜਨਪਦ ਵੀ ਕਹਿ ਦਿੱਤਾ ਜਾਂਦਾ ਹੈ। ਮਹੱਤਵਪੂਰਨ ਜੋ ਮਹਾਜਨਪਦ ਸੀ ਉਹਨਾਂ ਵਿੱਚੋਂ ਕਾਂਸ਼ੀ, ਕੌਸ਼ਲ, ਅੰਗ, ਵਤਸ, ਅਵੰਤੀ ਔਰ ਮਗਧ ਸੀ। ਇਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਜੋ ਸੀ ਉਹ ਮਗਧ ਸੀ। ਜਨਪਦ ਤੇ ਰਾਜਧਾਨੀਆਂ, ਇਹਨਾਂ ਉੱਪਰ ਕੁਐਸਚਨ ਆ ਜਾਂਦਾ ਹੈ ਕਿ ਕਿਹੜੇ ਜਨਪਦ ਦੀ ਕਿਹੜੀ ਰਾਜਧਾਨੀ ਸੀ। ਕਾਂਸ਼ੀ ਦੀ ਜੋ ਸੀ ਉਹ ਵਾਰਾਣਸੀ ਸੀ, ਅੰਗ ਦੀ ਚੰਪਾ, ਅਵੰਤੀ ਦੀ ਉਜੈਨ ਤੇ ਕੌਸ਼ਲ ਦੀ ਅਯੋਧਿਆ ਜਿੱਥੇ ਭਗਵਾਨ ਰਾਮ ਹੋਏ ਆ, ਵਸਤ ਦੀ ਕੌਸ਼ਾਂਬੀ ਔਰ ਮਗਧ ਦੀ ਰਾਜਗ੍ਰਹਿ। ਇਸ ਤੋਂ ਬਾਅਦ ਰਾਜਗ੍ਰਹਿ ਤੋਂ ਪਾਟਲੀਪੁੱਤਰ ਬਣ ਗਈ ਸੀ। ਠੀਕ ਹੈ। ਗਣਤੰਤਰ ਵਿੱਚੋਂ ਜਿਹੜੇ ਸੀ ਮੱਲ ਅਤੇ ਵੰਜੀ, ਇਹ ਪ੍ਰਸਿੱਧ ਸੀ। ਗਣਤੰਤਰ ਮਤਲਬ ਜਿੱਥੇ ਲੋਕਤੰਤਰ ਸਥਾਪਿਤ ਸੀ। ਰਾਜਤੰਤਰ ਦੇ ਵਿੱਚ ਰਾਜਾ ਜੋ ਸੀ ਉਹ ਹੀ ਪ੍ਰਮੁੱਖ ਸੀ। ਗਣਤੰਤਰ ਦੇ ਵਿੱਚ ਜਿਵੇਂ ਲੋਕਾਂ ਦਾ ਸ਼ਾਸਨ ਸੀ। ਜਿਵੇਂ ਬੁੱਧ ਤੇ ਜੈਨ ਜੋ ਸੀ ਉਹ ਗਣਤੰਤਰ ਰਾਜਾਂ ਵਿੱਚ ਹੋਏ ਸੀ। ਉਹਨਾਂ ਦੇ ਵਿੱਚ ਕੀ ਸੀ, ਇੱਕ ਬੰਦਾ ਰਾਜ ਨਹੀਂ ਕਰਦਾ ਸੀ, ਬਹੁਤ ਸਾਰੇ ਲੋਕ ਮਿਲ ਕੇ ਰਾਜ ਪ੍ਰਬੰਧ ਚਲਾਉਂਦੇ ਸੀ, ਰਾਜ ਦਾ ਸ਼ਾਸਨ ਚਲਾਉਂਦੇ ਸੀ। ਅਗਰ ਕੋਈ ਰਾਜ ਦੇ ਵਿੱਚ ਸਮੱਸਿਆ ਪੈਦਾ ਹੋਈ ਹੈ ਤਾਂ ਸਿਰਫ ਰਾਜਾ ਹੀ ਹੁਕਮ ਨਹੀਂ ਦਿੰਦਾ ਸੀ ਕਿ ਇਸ ਨੂੰ ਇਸ ਤਰ੍ਹਾਂ ਨਿਪਟਾਇਆ ਜਾਵੇ। ਸਾਰੇ ਲੋਕ ਮਿਲ ਕੇ ਵੋਟਿੰਗ ਵਗੈਰਾ ਕਰਦੇ ਸੀ। ਜਿਵੇਂ ਸਵਿਟਜ਼ਰਲੈਂਡ ਵਿੱਚ ਵੀ ਦੇਖਿਆ ਜਾਂਦਾ ਹੈ ਕਿ ਇਹੀ ਪ੍ਰਥਾ ਅੱਜ ਤੱਕ ਚੱਲ ਰਹੀ ਹੈ। ਠੀਕ ਹੈ। ਵੰਜੀ ਗਣਰਾਜ ਵਿੱਚ 8 ਕੁਲਾਂ ਦਾ ਸੰਘ ਸੀ। ਵਿਸ਼ਾਲੀ ਦੇ ਲਿਸ਼ਵੀ ਵੰਜੀ ਸੰਘ ਦੇ ਇੱਕ ਮਹੱਤਵਪੂਰਨ ਕੁਲ ਸੀ। ਮਗਧ ਬਾਰੇ ਆਪਾਂ ਮੇਨਲੀ ਡਿਸਕਸ ਕਰਾਂਗੇ ਕਿਉਂਕਿ ਮਗਧ ਜੋ ਹੈ ਇਹਨਾਂ ਦਾ ਮੁੱਖ ਕੇਂਦਰ ਰਿਹਾ। ਇਹ ਮਗਧ ਦੇ ਵਿੱਚ ਆਧੁਨਿਕ ਰਾਜਾਂ ਦੀ ਗੱਲ ਕਰੀਏ ਤਾਂ ਆਧੁਨਿਕ ਰਾਜ ਕਿਹੜੇ-ਕਿਹੜੇ ਆ ਜਾਂਦੇ ਆ। ਬਿਹਾਰ ਦੇ ਗਇਆ ਅਤੇ ਪਟਨਾ ਇਲਾਕੇ ਜੋ ਸੀ ਉਹ ਮਗਧ ਰਾਜ ਦੇ ਵਿੱਚ ਸ਼ਾਮਿਲ ਸੀ। ਇਸ ਦੀ ਸਥਾਪਨਾ ਕਿਸ ਵੰਸ਼ ਨੇ ਕੀਤੀ? ਇਸ ਦੀ ਸਥਾਪਨਾ ਜੋ ਹੈ ਹਰਿਅੰਕ ਵੰਸ਼ ਦੇ ਸ਼ਾਸਕ ਬਿੰਬੀਸਾਰ ਨੇ ਕੀਤੀ ਸੀ। ਤੇ ਬਿੰਬੀਸਾਰ ਦੇ ਸਮੇਂ ਜੋ ਸੀ ਉਹ ਮਗਧ ਜੋ ਹੈ ਸ਼ਕਤੀਸ਼ਾਲੀ ਰਾਜ ਬਣ ਗਿਆ। ਉਸ ਤੋਂ ਬਾਅਦ ਆਏ ਨੰਦ ਵੰਸ਼, ਫਿਰ ਚੰਦਰਗੁਪਤ ਮੌਰਿਆ ਵੰਸ਼, ਉਸ ਤੋਂ ਬਾਅਦ ਸ਼ੁੰਗਾਂ ਨੇ ਰਾਜ ਕੀਤਾ। ਅਗਰ ਬਿੰਬੀਸਾਰ ਦਾ ਕਾਲ ਦੇਖੀਏ ਤਾਂ ਉਹ 543 ਈਸਵੀ ਪੂਰਵ ਤੋਂ ਲੈ ਕੇ 492 ਈਸਵੀ ਪੂਰਵ ਦਾ ਸੀ। ਅਗਰ ਕੁਐਸਚਨ ਆ ਜਾਏ ਕਿ ਬਿੰਬੀਸਾਰ ਕਿਹਦਾ ਸਮਕਾਲੀ ਸੀ ਤਾਂ ਮਹਾਤਮਾ ਬੁੱਧ ਦਾ ਸਮਕਾਲੀ ਸੀ। ਮਤਲਬ ਮਹਾਤਮਾ ਬੁੱਧ ਦੇ ਸਮੇਂ ਹੀ ਉਹਦਾ ਜਨਮ ਹੋਇਆ ਸੀ ਬਿੰਬੀਸਾਰ ਦਾ। ਉਦੋਂ ਜੋ ਸੀ ਮਗਧ ਦੀ ਰਾਜਧਾਨੀ ਸੀ ਨਲੰਦਾ ਦੇ ਨੇੜੇ ਰਾਜਗ੍ਰਹਿ। ਬਿੰਬੀਸਾਰ ਤੋਂ ਬਾਅਦ ਅਜਾਤ ਸ਼ਤਰੂ ਹੋਇਆ ਜੋ ਉਹਦਾ ਬਿੰਬੀਸਾਰ ਦਾ ਪੁੱਤਰ ਸੀ। ਉਹਨੇ 492 ਈਸਵੀ ਤੋਂ ਲੈ ਕੇ 460 ਈਸਵੀ ਪੂਰਵ ਤੱਕ ਜੋ ਹੈ ਮਗਧ ਤੇ ਰਾਜ ਕੀਤਾ। ਉਸਨੇ ਕੀ ਕੀਤਾ ਕਿ ਆਪਣੀ ਰਾਜਧਾਨੀ ਨੂੰ ਰਾਜਗ੍ਰਹਿ ਤੋਂ ਬਦਲ ਕੇ ਪਾਟਲੀਪੁੱਤਰ, ਜਿਸ ਨੂੰ ਅੱਜ ਪਟਨਾ ਕਿਹਾ ਜਾਂਦਾ ਹੈ, ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਤੇ ਜੋ ਕਾਂਸ਼ੀ, ਕੌਸ਼ਲ ਔਰ ਵਿਸ਼ਾਲੀ ਦੇ ਰਾਜ ਸੀ ਉਹਨਾਂ ਨਾਲ ਸਾਂਠ-ਗਾਂਠ ਕਰਕੇ ਜਾਂ ਵਿਆਹ ਕਰਕੇ ਉਹਨਾਂ ਦੀਆਂ ਉੱਥੋਂ ਦੀਆਂ ਰਾਜਕੁਮਾਰੀਆਂ ਨਾਲ ਜਾਂ ਉਹਨਾਂ ਨੂੰ ਜਿੱਤ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ। ਇਸ ਦੀ ਮੌਤ ਤੋਂ ਬਾਅਦ ਕੀ ਹੋਇਆ, ਸ਼ਿਸ਼ੂਨਾਗ ਅਤੇ ਨੰਦ ਵੰਸ਼ਾਂ ਦਾ ਜੋ ਸ਼ਾਸਨ ਸਥਾਪਿਤ ਹੋਇਆ। ਸ਼ਿਸ਼ੂਨਾਗ ਵੰਸ਼ ਜੋ ਸੀ ਉਹ 414 ਈਸਵੀ ਪੂਰਵ ਤੋਂ ਲੈ ਕੇ
ਇਹਨਾਂ ਨੇ ਸ਼ਾਸਨ ਕੀਤਾ ਸੀ ਤੇ ਹਰਿਅੰਕ ਵੰਸ਼ ਦੇ ਉੱਪਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਹਰਿਅੰਕ ਵੰਸ਼ ਮਤਲਬ ਬਿੰਬੀਸਾਰ ਔਰ ਅਜਾਤ ਸ਼ਤਰੂ ਵਾਲਾ ਜੋ ਵੰਸ਼ ਸੀ, ਉਹਨਾਂ ਉੱਪਰ ਜਿੱਤ ਪ੍ਰਾਪਤ ਕੀਤੀ। ਸ਼ਿਸ਼ੂਨਾਗ ਵੰਸ਼ ਤੋਂ ਬਾਅਦ ਨੰਦ ਵੰਸ਼ ਆਉਂਦਾ ਹੈ। ਇਹਦੇ ਵਿੱਚ ਵੀ ਇੱਕ ਮੇਨ ਰਾਜਾ ਸੀ ਜੋ ਕਾਫੀ ਇੰਪੋਰਟੈਂਟ ਰੱਖਦਾ ਹੈ, ਜੋ ਚੰਦਰਗੁਪਤ ਮੌਰਿਆ ਦੇ ਸੀ, ਮਹਾਪਦਮਾਨੰਦ। ਮਹਾਪਦਮਾਨੰਦ ਜੋ ਸੀ ਇਸ ਦਾ ਪ੍ਰਸਿੱਧ ਰਾਜਾ ਸੀ। ਇਹਦੇ ਉੱਪਰ ਕੁਐਸਚਨ ਵੀ ਆਉਂਦਾ ਪੇਪਰ ਦੇ ਵਿੱਚ। ਇਹਨਾਂ ਨੇ ਕੀ ਕੀਤਾ ਕਿ ਆਪਣੇ ਜੋ ਮਗਧ ਦਾ ਰਾਜ ਸੀ ਉਹਨੂੰ ਕਾਫੀ ਸਾਰਾ ਫੈਲਾਇਆ। ਭਾਰਤ ਦੇ ਵਿੱਚ ਕਾਫੀ ਸਾਰੀਆਂ ਇਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੇ ਰਾਜ ਦਾ ਖੇਤਰਫਲ ਜੋ ਹੈ ਕਾਫੀ ਸਾਰਾ ਚੌੜਾ ਕੀਤਾ ਜਾਂ ਖੇਤਰਫਲ ਨੂੰ ਵਧਾਇਆ। ਇਹਨਾਂ ਦੀ ਜੋ ਸੈਨਿਕ ਹਾਂਜੀ ਇੱਕ ਮਿੰਟ ਮਿਊਟ ਕਰ ਲਾਂ ਮੈਂ। ਇਹਨਾਂ ਦੇ ਵਿੱਚ ਕੀ ਹੈ, ਰਾਜਨੀਤਿਕ ਜੀਵਨ ਅਤੇ ਸ਼ਾਸਨ ਪ੍ਰਬੰਧ ਇਹਨਾਂ ਦਾ ਕਿਵੇਂ ਸੀ। ਇਹਨਾਂ ਨੇ ਕੀ ਕੀਤਾ ਕਿ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਈ, ਜਿਨ੍ਹਾਂ ਨੂੰ ਪੌਰ ਨਗਰ ਜਾਂ ਮਹਾਨਗਰ ਵੀ ਕਿਹਾ ਇਸ ਸਮੇਂ ਦੇ ਵਿੱਚ, ਕਿਉਂਕਿ ਇਹ ਦੂਜੀ ਸਿਵਲਾਈਜੇਸ਼ਨ ਜੋ ਅਰਬਨ ਹੈ ਉਹ ਆ ਰਹੀ ਸੀ। ਇਸ ਲਈ ਜੋ ਪਿੰਡ ਸੀ ਉਹ ਪਿੰਡਾਂ ਤੋਂ ਜੋ ਹੈ ਸ਼ਹਿਰਾਂ ਵੱਲ ਵਿਕਸਿਤ ਹੋਣੇ ਸ਼ੁਰੂ ਹੋ ਗਏ ਸੀ। ਉਸ ਸਮੇਂ ਦੇ ਪ੍ਰਸਿੱਧ ਨਗਰ ਜੋ ਸੀ ਵਾਰਾਣਸੀ, ਰਾਜਗ੍ਰਹਿ, ਜੋ ਵੀ ਰਾਜਧਾਨੀਆਂ ਸੀ ਉਹ ਉਸ ਸਮੇਂ ਦੇ ਪ੍ਰਸਿੱਧ ਨਗਰ ਸੀ। ਕੁਝ ਤਕਸ਼ਿਲਾ ਜਿਵੇਂ ਉਜੈਨੀ, ਚੰਪਾ, ਮਥੁਰਾ, ਪਾਟਲੀਪੁੱਤਰ, ਇਹ ਵੀ ਜੋ ਹੈ ਪ੍ਰਸਿੱਧ ਨਗਰਾਂ ਦੇ ਵਿੱਚ ਬਣ ਕੇ ਉੱਭਰ ਰਹੇ ਸੀ। ਜਿਵੇਂ ਮਥੁਰਾ ਜੋ ਸੀ ਉਹ ਧਾਰਮਿਕ ਕੇਂਦਰ ਅਤੇ ਸਾਮਰਿਕ ਤੇ ਨਾਲ ਹੀ ਵਪਾਰਿਕ ਕੇਂਦਰ ਵਜੋਂ ਵੀ ਉੱਭਰਿਆ ਸੀ। ਠੀਕ ਹੈ, ਇਹਨਾਂ ਸ਼ਹਿਰਾਂ ਦੀ ਸਥਾਪਨਾ ਕਰਕੇ ਇਸ ਨੂੰ ਭਾਰਤ ਦਾ ਦੂਜਾ ਨਗਰੀਕਰਨ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਸਿੰਧੂ ਘਾਟੀ ਤੋਂ ਬਾਅਦ ਦੂਜਾ ਸਿਵਲਾਈਜੇਸ਼ਨ ਹੈ, ਅਰਬਨ ਸਿਵਲਾਈਜੇਸ਼ਨ। ਤੇ ਜੇਕਰ ਆਪਾਂ ਪ੍ਰਸ਼ਾਸਨਿਕ ਪੱਖੋਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉੱਪਰ ਆਉਂਦਾ ਹੈ ਰਾਜਾ। ਰਾਜਾ ਜੋ ਸੀ ਉਹ ਬਹੁਤ ਸ਼ਕਤੀਸ਼ਾਲੀ ਸੀ, ਸੈਨਾ ਦਾ ਪ੍ਰਮੁੱਖ ਸੀ। ਜਿਵੇਂ ਅੱਜ ਦੇ ਸਮੇਂ ਵਿੱਚ ਰਾਸ਼ਟਰਪਤੀ ਜੋ ਹੈ ਸੈਨਾ ਦਾ ਕਮਾਂਡਰ ਹੈ, ਲੇਕਿਨ ਉਹਦੀਆਂ ਅਸਲੀ ਸ਼ਕਤੀਆਂ ਜੋ ਹੈ ਪ੍ਰਧਾਨ ਮੰਤਰੀ ਕੋਲ ਹੁੰਦੀਆਂ। ਉਸ ਸਮੇਂ ਜੋ ਸੀ ਰਾਜਾ ਦੇ ਕੋਲ ਸੀ, ਉਹ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ। ਤੇ ਪਹਿਲਾਂ ਜੋ ਸੀ ਟੈਕਸ ਨਹੀਂ ਵਸੂਲਿਆ ਜਾਂਦਾ ਸੀ ਜਨਤਾ ਦੇ ਕੋਲੋਂ। ਇਸ ਸਮੇਂ ਕੀ ਹੋਇਆ ਕਿ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਉਹ ਕਿਉਂ ਸ਼ੁਰੂ ਕੀਤਾ? ਕਿਉਂਕਿ ਰਾਜਾ ਦੇ ਕੋਲ ਇੱਕ ਸਥਾਈ ਸੈਨਾ ਜੋ ਸੀ ਉਹ ਰੱਖਣੀ ਉਹਨੇ ਸ਼ੁਰੂ ਕਰਤੀ ਸੀ ਆਪਣੇ ਰਾਜ ਦੇ ਵਿਸਥਾਰ ਲਈ ਜਾਂ ਆਪਣੇ ਰਾਜ ਦੀ ਸੁਰੱਖਿਆ ਦੇ ਲਈ। ਤੇ ਨਾਲ ਹੀ ਉਹ ਕੀ ਕਰਦਾ ਸੀ, ਇੱਕ ਜੱਜ ਦੀ ਵੀ ਭੂਮਿਕਾ ਨਿਭਾਉਂਦਾ ਸੀ। ਜਿਵੇਂ ਆਪਣੇ ਇਸ ਟਾਈਮ ਸੁਪਰੀਮ ਕੋਰਟ ਹੈ, ਉਸ ਸਮੇਂ ਰਾਜਾ ਹੀ ਜੱਜ ਹੁੰਦਾ ਸੀ। ਜੋ ਉਹਦੇ ਮੂੰਹ ਵਿੱਚ ਕੋਈ ਵਰਡ ਨਿਕਲਦਾ ਸੀ ਉਹੀ ਸਭ ਦੇ ਲਈ ਹੁਕਮ ਮੰਨਿਆ ਜਾਂਦਾ ਸੀ। ਤੇ ਉਸ ਦੀ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਸੀ, ਪਰ ਉਹਦੀ ਜੋ ਸਲਾਹ ਸੀ ਉਹ ਮੰਤਰੀ ਪਰਿਸ਼ਦ ਦੀ ਜੋ ਸਲਾਹ ਦਿੰਦੀ ਸੀ ਉਹ ਉਹਦੇ ਲਈ ਇੰਨੀ ਬਾਧੇਕਾਰੀ ਨਹੀਂ ਸੀ। ਮਤਲਬ ਇੱਕ ਸਲਾਹ ਹੀ ਮੰਨੀ ਜਾਂਦੀ ਸੀ, ਉਸ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਰਾਜਾ ਦੇ ਉੱਪਰ ਹੀ ਡਿਪੈਂਡ ਕਰਦਾ ਸੀ। ਤੇ ਰਾਜਾ ਤੋਂ ਬਾਅਦ ਜੋ ਆਉਂਦੇ ਆ ਹੋਰ, ਸਭ ਤੋਂ ਪਹਿਲਾਂ ਆਉਂਦਾ ਅਮਾਤਿਆ। ਅਮਾਤਿਆ ਨੂੰ ਕੀ ਕਹਿੰਦੇ ਸੀ? ਮੰਤਰੀ। ਇਹਨਾਂ ਬਾਰੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਕਿਹੜੇ ਰਾਜਨੀਤਿਕ ਖੇਤਰ ਦੇ ਵਿੱਚ ਉਪਾਧੀਆਂ ਸੀ। ਉਪਾਧੀਆਂ ਦੀ ਗੱਲ ਕਰੀਏ ਤਾਂ ਅਮਾਤਿਆ ਸੀ, ਜਿਸ ਨੂੰ ਮੰਤਰੀ ਕਿਹਾ ਜਾਂਦਾ ਸੀ। ਫਿਰ ਪੁਰੋਹਿਤ ਆ ਜਾਂਦਾ ਹੈ। ਪੁਰੋਹਿਤ ਧਾਰਮਿਕ ਸਲਾਹਕਾਰ ਸੀ, ਇਹ ਵੈਦਿਕ ਕਾਲ ਦੇ ਵਿੱਚ ਵੀ ਹੈਗਾ ਸੀ। ਸੈਨਾਪਤੀ ਸੈਨਾਨੀ ਸੀ। ਖਜ਼ਾਨਚੀ ਬਾਰੇ ਕੁਐਸਚਨ ਪੁੱਛਿਆ ਜਾਂਦਾ ਹੈ। ਖਜ਼ਾਨਚੀ ਨੂੰ ਸੰਗ੍ਰਹਿਤ ਕਿਹਾ ਜਾਂਦਾ ਸੀ। ਸੰਗ੍ਰਹਿਤ ਸੌਖਾ ਯਾਦ ਰੱਖਣਾ ਹੈ ਕਿ ਕਾਰ ਨੂੰ ਸੰਗ੍ਰਹਿ ਕਰਨ ਵਾਲਾ ਜੋ ਸੀ ਉਹ ਖਜ਼ਾਨਚੀ ਸੀ। ਜਸੂਸ ਜੋ ਹੈ ਇਸ ਸਮੇਂ ਮਹੱਤਵਪੂਰਨ ਹੋ ਗਏ ਸੀ। ਜਸੂਸਾਂ ਨੂੰ ਚੇਰ ਕਿਹਾ ਜਾਂਦਾ ਸੀ ਤੇ ਪਿੰਡ ਦਾ ਮੁਖੀਆ ਜੋ ਸੀ ਉਹਨੂੰ ਗ੍ਰਾਮਣੀ ਕਹਿ ਦਿੱਤਾ ਜਾਂਦਾ ਸੀ। ਜੇਕਰ ਆਪਾਂ ਸਮਾਜਿਕ ਜੀਵਨ ਦੀ ਗੱਲ ਕਰੀਏ ਤਾਂ ਸਮਾਜਿਕ ਜੀਵਨ ਜੋ ਵੈਦਿਕ ਕਾਲ ਦੇ ਸਮੇਂ ਵਿੱਚ ਸੀ, ਜੋ 4 ਜਾਤਾਂ 4 ਵਰਨਾਂ ਦੇ ਵਿੱਚ ਵੰਡਿਆ ਗਿਆ ਸੀ, ਉਹ ਜੋ ਹੈ ਜਾਤ ਪ੍ਰਥਾ ਇਸ ਸਮੇਂ ਆ ਕੇ ਥੋੜੀ ਜਿਹੀ ਕਠੋਰ ਹੋਣੀ ਸ਼ੁਰੂ ਹੋ ਗਈ ਸੀ। 4 ਜਾਤਾਂ, ਜਿਵੇਂ ਆਪਾਂ ਪਹਿਲਾਂ ਵੈਦਿਕ ਕਾਲ ਦੇ ਵਿੱਚ ਗੱਲ ਕੀਤੀ ਸੀ ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਦੇ ਵਿੱਚ ਵੰਡਿਆ ਗਿਆ ਸੀ ਸਮਾਜ। ਤੇ ਇਸ ਦੇ ਨਾਲ ਕੀ ਹੋਇਆ ਕਿ ਕਿੱਤੇ ਦੇ ਨਾਲ ਵੀ ਕੁਝ ਉਪਜਾਤੀਆਂ ਜੋ ਹੈ ਉਹ ਪੈਦਾ ਹੋਈਆਂ, ਜਿਵੇਂ ਤਰਖਾਣ, ਲੋਹਾਰ, ਰਥਕਾਰ, ਸੁਨਾਰ, ਘੁਮਿਆਰ, ਤੇਲੀ। ਇਹਨਾਂ ਨੂੰ ਕੀ ਕੀਤਾ ਕਿ ਇਹਨਾਂ ਨੂੰ 4 ਜਾਤੀਆਂ ਦੇ ਵਿੱਚ ਨਹੀਂ ਰੱਖਿਆ ਗਿਆ। ਤੇ ਜਿਵੇਂ ਲੋਕਾਂ ਦੇ ਕਿੱਤੇ ਲੋਕਾਂ ਨੇ ਅਪਣਾਏ, ਅਲੱਗ-ਅਲੱਗ ਕੀਤੇ, ਉਹਨਾਂ ਨੂੰ ਬ੍ਰਾਹਮਣ, ਵੈਸ਼, ਖੱਤਰੀ, ਸ਼ੂਦਰ ਦੇ ਵਿੱਚ ਨਾ ਰੱਖ ਕੇ ਉਹਨਾਂ ਦੀਆਂ ਅਲੱਗ ਉਪਜਾਤੀਆਂ ਬਣਾ ਦਿੱਤੀਆਂ ਗਈਆਂ। ਠੀਕ ਹੈ, ਜਾਤੀ ਜੋ ਸੀ ਉਹ ਜਨਮ ਦੇ ਆਧਾਰ ਤੇ ਸੀ।
ਨਾ ਕਿ ਕੰਮ ਦੇ ਆਧਾਰ ਤੇ। ਕੁਐਸਚਨ ਇਹ ਆ ਜਾਂਦਾ ਕਿ ਜੋ ਵੈਦਿਕ ਕਾਲ ਦੇ ਵਿੱਚ ਸੀ ਜਾਂ ਮਹਾਜਨਪਦ ਕਾਲ ਦੇ ਵਿੱਚ ਸੀ, ਉਹ ਜਾਤੀ ਕਿਸ ਦੇ ਆਧਾਰ ਤੇ ਸੀ? ਉਹ ਜਨਮ ਦੇ ਆਧਾਰ ਤੇ ਸੀ। ਜੇ ਕੋਈ ਬ੍ਰਾਹਮਣ ਘਰ ਦੇ ਵਿੱਚ ਲੜਕਾ ਲੜਕੀ ਪੈਦਾ ਹੁੰਦਾ ਹੈ ਤਾਂ ਉਹ ਬ੍ਰਾਹਮਣ ਹੀ ਬਣੇਗਾ। ਜੇ ਕੋਈ ਖੱਤਰੀ ਦੇ ਘਰ ਦੇ ਵਿੱਚ ਕੋਈ ਪੈਦਾ ਹੋ ਰਿਹਾ ਬੱਚਾ ਤਾਂ ਉਹ ਖੱਤਰੀ ਹੀ ਬਣੇਗਾ, ਮਤਲਬ ਉਹਦਾ ਕੰਮ ਹੈ ਯੁੱਧ ਲੜਨਾ। ਠੀਕ ਇਸ ਤਰ੍ਹਾਂ ਜੋ ਸੀ ਵੈਦਿਕ ਕਾਲ ਨਾਲੋਂ ਜੋ ਜਾਤੀ ਪ੍ਰਥਾ ਸੀ ਉਹ ਕਠੋਰ ਹੋ ਗਈ ਸੀ। ਸ਼ੂਦਰਾਂ ਦੀ ਦਸ਼ਾ ਜੋ ਸੀ ਉਹ ਖਰਾਬ ਹੋ ਗਈ ਪਹਿਲਾਂ ਦੇ ਨਾਲੋਂ। ਮਹਾਤਮਾ ਬੁੱਧ ਨੇ ਵੀ ਇਸ ਦਾ ਵਿਰੋਧ ਕੀਤਾ, ਪਰ ਇੰਨਾ ਚੜ ਕੇ ਵਿਰੋਧ ਨਹੀਂ ਕੀਤਾ ਕਿਉਂਕਿ ਉਹ ਖੁਦ ਇੱਕ ਉੱਚੇ ਕੋਲ ਤੋਂ ਸੀ ਤੇ ਉਹਨਾਂ ਨੇ ਇਸ ਲਈ ਕੋਈ ਕਦਮ ਨਹੀਂ ਚੁੱਕਿਆ ਕਿ ਸ਼ੂਦਰਾਂ ਦੀ ਦਸ਼ਾ ਦੇ ਵਿੱਚ ਸੁਧਾਰ ਕੀਤਾ ਜਾਵੇ। ਸੋ ਇਹੋ ਜਿਹਾ ਕੋਈ ਉਲੇਖ ਨਹੀਂ ਮਿਲਿਆ ਅਜੇ ਤੱਕ ਕਿ ਮਹਾਤਮਾ ਬੁੱਧ ਨੇ ਜਾਤੀ ਪ੍ਰਥਾ ਨੂੰ ਸੁਧਾਰਨ ਦੇ ਲਈ ਕੋਈ ਕਦਮ ਕੜੇ ਚੱਕੇ। ਜਾਂ ਹਾਲਾਂਕਿ ਉਹਨਾਂ ਨੇ ਸ਼ੂਦਰਾਂ ਨੂੰ ਆਪਣੇ ਧਰਮ ਦੇ ਵਿੱਚ ਧਰਮ ਨੂੰ ਅਪਣਾਉਣ ਦੀ ਜੋ ਹੈ ਉਹ ਅਨੁਮਤੀ ਦੇ ਦਿੱਤੀ ਸੀ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਆ ਸਕਦੇ ਹੋ। ਹਿੰਦੂ ਧਰਮ ਦੇ ਵਿੱਚ ਕੀ ਸੀ ਕਿ ਸ਼ੂਦਰਾਂ ਨੂੰ ਗ੍ਰੰਥ ਪੜ੍ਹਨ, ਵੇਦ ਪੜ੍ਹਨ ਦੀ ਅਨੁਮਤੀ ਨਹੀਂ ਸੀ। ਉਹਨਾਂ ਨੂੰ ਕੀ ਕੀਤਾ ਜਾਂਦਾ ਸੀ, ਪਿੰਡ ਦੇ ਬਾਹਰ ਹੀ ਘਰ ਦੇ ਵਿੱਚ ਰਹਿਣ ਦਿੱਤਾ ਜਾਂਦਾ ਸੀ। ਉਹਨਾਂ ਦਾ ਕੰਮ ਸੀ ਤਿੰਨਾਂ ਵਰਨਾ ਜੋ ਬ੍ਰਾਹਮਣ, ਖੱਤਰੀ, ਵੈਸ਼ ਸੀ, ਉਹਨਾਂ ਦੀ ਸੇਵਾ ਕਰਨਾ ਸੀ। ਇਸ ਦੇ ਨਾਲ ਨਾਲ ਕੀ ਹੋਇਆ ਕਿ ਮਨੁੱਖ ਦੇ ਜੋ ਜਨਮ ਦੇ ਜੀਵਨ ਦੇ ਜੋ ਸੀ ਕਾਲ ਖੇਤਰ ਕਹਿ ਲਈਏ, ਉਹਨਾਂ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਜਿਨ੍ਹਾਂ ਨੂੰ ਆਸ਼ਰਮ ਕਿਹਾ ਗਿਆ। ਆਸ਼ਰਮ ਦੇ ਵਿੱਚ ਸਭ ਤੋਂ ਪਹਿਲਾਂ ਹੈ ਬ੍ਰਹਮਚਾਰੀ ਆਸ਼ਰਮ। ਬ੍ਰਹਮਚਾਰੀ ਆਸ਼ਰਮ ਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਵਿੱਚ ਬੱਚੇ ਨੂੰ ਵਿੱਦਿਆ ਦਿੱਤੀ ਜਾਂਦੀ ਹੈ, ਵੇਦ ਗ੍ਰੰਥ ਪੜ੍ਹਾਏ ਜਾਂਦੇ ਆ। ਮਤਲਬ ਜੋ ਆਪਣਾ ਵਿਦਿਆਰਥੀ ਜੀਵਨ, ਜੋ ਆਪਣਾ ਸਟੂਡੈਂਟ ਲਾਈਫ ਹੁੰਦੀ ਹੈ, ਉਹੀ ਬ੍ਰਹਮਚਾਰੀਆ ਸੀ। ਇਸ ਤੋਂ ਬਾਅਦ ਆ ਜਾਂਦਾ ਹੈ ਗ੍ਰਹਿਸਥ। ਮਤਲਬ ਕੋਈ ਬੰਦਾ ਅਗਰ ਮੈਰਿਡ ਹੋ ਜਾਂਦਾ ਹੈ ਤਾਂ ਗ੍ਰਹਿਸਥੀ ਵਿੱਚ ਫਸ ਜਾਂਦਾ ਹੈ, ਮਤਲਬ ਇਹ ਪਰਿਵਾਰਿਕ ਜੀਵਨ ਹੈ। ਫਿਰ ਇਸ ਤੋਂ ਬਾਅਦ ਹੈ ਵਾਨਪ੍ਰਸਥ। ਵਾਨਪ੍ਰਸਥ ਦਾ ਮਤਲਬ ਆਪਣੇ ਗ੍ਰਹਿਸਥੀ ਜੀਵਨ ਜਾਂ ਸਮਾਜਿਕ ਜੀਵਨ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲਾ ਜਾਣਾ, ਮਤਲਬ ਸਮਾਜ ਦਾ ਤਿਆਗ ਕਰਕੇ ਆਪਣਾ ਜੀਵਨ ਤਪ ਤਪੱਸਿਆ ਦੇ ਵਿੱਚ ਬਿਤਾਉਣਾ, ਮਤਲਬ ਆਪਣੇ ਜੀਵਨ ਦੇ ਵਿੱਚ ਸੰਸਾਰਿਕ ਵਸਤੂਆਂ ਦਾ ਤਿਆਗ ਕਰ ਦੇਣਾ। ਇਸ ਨੂੰ ਤਿਆਗਮਈ ਜੀਵਨ ਵੀ ਕਹਿ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਸਭ ਤੋਂ ਉੱਚੀ ਵਿਵਸਥਾ ਜੋ ਹੈ ਸੰਨਿਆਸ ਦੀ। ਸੰਨਿਆਸ ਵਿੱਚ ਕੀ ਆਉਂਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਹੀ ਤਿਆਗ ਕਰ ਦੇਣਾ। ਇਸ ਨੂੰ ਹੀ ਸੰਨਿਆਸੀ ਕਿਹਾ ਜਾਂਦਾ ਹੈ ਕਿ ਦੁਨਿਆਵੀ ਪਦਾਰਥ ਵੀ ਛੱਡਤੇ ਤੇ ਬਾਕੀ ਜੋ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਉਹਨਾਂ ਦਾ ਵੀ ਤਿਆਗ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜੇਕਰ ਆਪਾਂ ਮਹਾਜਨਪਦ ਔਰ ਜਨਪਦ ਦੇ ਸਮੇਂ ਦੇ ਵਿੱਚ ਆਰਥਿਕ ਜੀਵਨ ਦੀ ਗੱਲ ਕਰੀਏ ਤਾਂ ਲੋਕਾਂ ਦਾ ਮੁੱਖ ਕਿੱਤਾ ਜੋ ਸੀ ਉਹ ਖੇਤੀ ਤੇ ਪਸ਼ੂ ਪਾਲਣ ਸੀ। ਹਾਲਾਂਕਿ ਵੈਦਿਕ ਕਾਲ ਦੇ ਵਿੱਚ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਸੀ। ਖੇਤੀ ਦੇ ਵਿੱਚ ਉਹਨਾਂ ਨੇ ਇੰਨੀ ਦਿਲਚਸਪੀ ਨਹੀਂ ਦਿਖਾਈ ਜਿੰਨੀ ਪਸ਼ੂ ਪਾਲਣ ਦੇ ਵਿੱਚ ਦਿਖਾਈ ਸੀ। ਆਮ ਤੌਰ ਤੇ ਕੀ ਸੀ, ਕਿਸਾਨ ਹੀ ਜ਼ਮੀਨ ਦਾ ਮਾਲਕ ਸੀ। ਇੱਥੇ ਕੋਈ ਜ਼ਿਮੀਂਦਾਰੀ ਵਿਵਸਥਾ ਨਹੀਂ ਬਣੀ ਸੀ ਅਜੇ। ਜੋ ਕਿਸਾਨ ਸੀ ਉਹੀ ਜ਼ਮੀਨ ਦਾ ਮਾਲਕ ਸੀ। ਫਸਲਾਂ ਦੇ ਬਾਰੇ ਪੁੱਛ ਲਿਆ ਜਾਂਦਾ ਹੈ ਕਿ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ, ਪਰ ਇੰਨਾ ਯਾਦ ਨਹੀਂ ਰੱਖਣਾ ਆਪਾਂ ਕਿਉਂਕਿ ਆਪਾਂ ਐਨਟੀਟੀ ਦਾ ਐਗਜ਼ਾਮ ਦੇ ਰਹੇ ਹਾਂ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, ਕਣਕ, ਚਾਵਲ, ਮੱਕੀ, ਬਾਜਰਾ, ਜਵਾਰ ਦੀ ਖੇਤੀ ਹੁੰਦੀ ਸੀ। ਨਾਲ ਨਾਲ ਹੀ ਗੰਨਾ, ਤਿਲ, ਸਰੋਂ, ਦਾਲਾਂ ਅਤੇ ਕਈ ਫਸਲਾਂ ਜੋ ਹੈ ਨਾਲ ਹੀ ਫਲ ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦਾ ਸੀ। ਇਸ ਦੇ ਨਾਲ ਖੇਤੀ ਤੇ ਪਸ਼ੂ ਪਾਲਣ ਦੇ ਨਾਲ ਕੀ ਹੋਇਆ ਕਿ ਸ਼ਿਲਪਕਾਰੀ ਤੇ ਵਪਾਰ ਦੇ ਹੋਰ ਕਿੱਤੇ ਵੀ ਪੈਦਾ ਹੋ ਗਏ, ਜਿਵੇਂ ਜਿਹੜੀਆਂ ਉਪਜਾਤੀਆਂ ਸੀ, ਤਰਖਾਣ, ਲੋਹਾਰ, ਸੁਨਿਆਰੇ, ਘੁਮਿਆਰ, ਤੇਲੀ, ਇਹ ਸ਼ਿਲਪ ਕਲਾ ਦੇ ਨਾਲ ਹੀ ਰੱਖਦੇ ਆ ਮੇਨਲੀ ਸੰਬੰਧ। ਸੋ ਇਸ ਦੇ ਨਾਲ ਨਾਲ ਕੀ ਹੋਇਆ ਕਿ ਵਪਾਰ ਜੋ ਹੈ ਉਹ ਕਾਫੀ ਪ੍ਰਚਲਿਤ ਹੋ ਗਿਆ, ਲੋਕਾਂ ਦਾ ਲੈਣ ਦੇਣ ਕਾਫੀ ਵੱਧ ਗਿਆ। ਸ਼੍ਰੇਣੀ ਜੋ ਹੈ ਇੱਕ ਹੀ ਵਪਾਰ ਦੇ ਵਿੱਚ ਲੱਗੇ ਹੋਏ ਲੋਕ ਆਪਣੇ ਆਪਣੇ ਗੁੱਟ ਬਣਾਉਂਦੇ ਸੀ, ਜਿਸ ਨੂੰ ਸ਼੍ਰੇਣੀ ਕਹਿ ਦਿੱਤਾ ਜਾਂਦਾ ਸੀ। ਮਤਲਬ ਸ਼੍ਰੇਣੀ ਉਹਨਾਂ ਲੋਕਾਂ ਦਾ ਸਮੂਹ ਹੈ ਜਿਹੜੇ ਲੋਕ ਵਪਾਰ ਕਰਦੇ ਸੀ। ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਨਪਦ ਦੇ ਵਿੱਚ ਸ਼੍ਰੇਣੀ ਜੋ ਹੈ ਉਹ ਕਿਹਨਾਂ ਨਾਲ ਸੰਬੰਧਿਤ ਸੀ। ਸ਼੍ਰੇਣੀ ਜੋ ਸੀ ਵਪਾਰਿਕ ਲੋਕਾਂ ਨਾਲ ਸੰਬੰਧਿਤ ਸੀ। ਹਰੇਕ ਸ਼੍ਰੇਣੀ ਦਾ ਕੀ ਸੀ, ਇੱਕ ਮੁਖੀਆ ਹੁੰਦਾ ਸੀ। ਜਿੰਨੀਆਂ ਵੀ ਸ਼੍ਰੇਣੀਆਂ ਵਪਾਰਿਕ ਬਣਦੀਆਂ ਸੀ, ਹਰੇਕ ਦਾ ਇੱਕ ਇੱਕ ਮੁਖੀਆ ਹੁੰਦਾ ਸੀ। ਜਿਵੇਂ ਆਪਾਂ ਇਹਨੂੰ ਕੰਪੇਅਰ ਕਰ ਸਕਦੇ ਹਾਂ ਅੱਜ ਦੀ ਰਾਜਨੀਤਿਕ ਪਾਰਟੀਆਂ ਨਾਲ। ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ, ਹਰੇਕ ਪਾਰਟੀ ਦਾ ਇੱਕ ਇੱਕ ਮੁਖੀਆ ਹੈ, ਔਨ ਦਾ ਹੈਡ ਹੈ। ਜਿਵੇਂ ਆਪਾਂ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੀ ਪ੍ਰਧਾਨ ਜੋ ਚੇਅਰਮੈਨ ਹੈ
ਸੋਨੀਆ ਗਾਂਧੀ ਹੈ। ਹਾਲਾਂਕਿ ਉਹਨਾਂ ਦੇ ਵਿੱਚ ਪਾਰਟੀ ਦੇ ਵਿੱਚ ਕੀ ਘਮਾਸਾਨ ਚੱਲ ਰਿਹਾ ਉਹ ਆਪਣੇ ਚਰਚਾ ਦਾ ਵਿਸ਼ਾ ਨਹੀਂ ਹੈ। ਉਵੇਂ ਹੀ ਬੀਜੇਪੀ ਵਿੱਚ ਜੇਪੀ ਨੱਡਾ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਕੇਜਰੀਵਾਲ ਨੇ। ਠੀਕ ਹੈ, ਵਪਾਰ ਜੋ ਹੈ ਦੇਸ਼ਾਂ ਤੇ ਵਿਦੇਸ਼ਾਂ ਦੇ ਨਾਲ ਜੋ ਹੈ ਵਪਾਰ ਹੋ ਰਿਹਾ ਸੀ। ਸਿਰਫ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਵਪਾਰ ਨਹੀਂ ਹੋ ਰਿਹਾ ਸੀ, ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਵਪਾਰ ਚੱਲ ਰਿਹਾ ਸੀ। ਵਪਾਰੀਆਂ ਦੇ ਗੁੱਟ ਜੋ ਸਾਰਥਵਾਕ ਘੁੰਮਦੇ ਸੀ, ਵਸਤੂਆਂ ਨੂੰ ਵਪਾਰ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਸੀ। ਜੇਕਰ ਇਹ ਕੁਐਸਚਨ ਆਉਂਦਾ ਹੈ ਕਿ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਕੌਣ ਜਾਂਦੇ ਸੀ, ਤਾਂ ਉਹਨਾਂ ਨੂੰ ਸਾਰਥਵਾਕ ਕਿਹਾ ਜਾਂਦਾ ਸੀ। ਠੀਕ ਹੈ, ਨਾਲ ਹੀ ਸਿੱਕੇ ਪ੍ਰਚਲਿਤ ਵਿੱਚ ਆ ਗਏ ਸੀ। ਸਿੱਕਿਆਂ ਦੇ ਉੱਪਰ ਰਾਜੇ ਆਪਣੇ ਨਾਮ ਖੁਦਵਾਉਂਦੇ ਸੀ, ਆਪਣੇ ਯਾਨੀ ਕਿ ਫੋਟੋਆਂ ਵਗੈਰਾ ਵੀ ਲਗਾ ਦਿੰਦੇ ਸੀ। ਇਸ ਦੇ ਨਾਲ ਨਾਲ ਕੀ ਸੀ, ਆਹਸ ਜਾਂ ਠੱਪੇਦਾਰ ਸਿੱਕੇ ਚਲਾਏ ਗਏ। ਸਭ ਤੋਂ ਪਹਿਲਾਂ ਜੋ ਸਿੱਕੇ ਆਪਣੇ ਭਾਰਤ ਵਿੱਚ ਚੱਲੇ ਸੀ ਉਹ ਆਹਤ ਸਿੱਕੇ ਜਾਂ ਠੱਪੇਦਾਰ ਸਿੱਕੇ ਸੀ। ਠੀਕ ਹੈ, ਮਤਲਬ ਮਿੱਟੀ ਲੈ ਕੇ ਉਹਦੇ ਉੱਪਰ ਕੋਈ ਚਿੰਨ੍ਹ ਠੱਪ ਦਿੱਤਾ ਜਾਂਦਾ ਸੀ। ਉਹ ਸਿੱਕੇ ਸਭ ਤੋਂ ਪਹਿਲਾਂ ਪ੍ਰਚਲਿਤ ਹੋਏ। ਉਹਨਾਂ ਦੇ ਵਿੱਚ ਕੀ ਆਉਂਦਾ ਹੈ, ਮੇਨਲੀ ਕਿ ਰਾਜੇ ਨੇ ਜਿੰਨੀ ਵੀ ਉਹਦੀ ਖੇਤਰ ਵਿੱਚ ਜਨਸੰਖਿਆ ਸੀ, ਜਿੰਨੀ ਵੀ ਪੋਪੂਲੇਸ਼ਨ ਸੀ, ਉਹਦੇ ਉੱਪਰ ਇੱਕ ਕਰ ਲਗਾ ਦਿੱਤਾ ਗਿਆ। ਕਰ ਕਿਉਂ ਲਗਾਇਆ? ਕਿਉਂਕਿ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਸੀ, ਨਾਲ ਨਾਲ ਹੀ ਰਾਜਾ ਸੈਨਿਕ ਰੱਖ ਰਿਹਾ ਸੀ। ਸੋ ਸੈਨਿਕਾਂ ਨੂੰ ਘਰੋਂ ਤਾਂ ਉਹ ਰਾਜਾ ਜੋ ਹੈ ਖਰਚ ਨਹੀਂ ਦੇ ਸਕਦਾ ਸੀ, ਇਸ ਲਈ ਉਹਨੇ ਕੀ ਕੀਤਾ ਕਿ ਫਸਲ ਦੇ ਉੱਪਰ 1/6 ਹਿੱਸਾ ਜੋ ਹੈ ਕਿਸਾਨਾਂ ਦੇ ਕਰ ਲਗਾ ਦਿੱਤਾ। ਨਾਲ ਹੀ ਜਿਹੜੇ ਲੋਕ ਵਪਾਰ ਕਰਦੇ ਸੀ ਉਹਨਾਂ ਦੇ ਉੱਪਰ ਵੀ ਚੁੰਗੀ ਕਰ। ਇਸ ਦੇ ਨਾਲ ਨਾਲ ਹੋਰ ਵੀ ਜੋ ਸ਼ਿਲਪਕਾਰੀ ਸੀ ਉਹਨਾਂ ਨੂੰ ਮਹੀਨੇ ਦੇ ਵਿੱਚ ਇੱਕ ਦਿਨ ਲਈ ਕੰਮ ਕਰਨ ਲਈ ਰਾਜ ਮਹਿਲ ਦੇ ਵਿੱਚ ਬੁਲਾਇਆ ਜਾਂਦਾ ਸੀ। ਤੇ ਜੇਕਰ ਆਪਾਂ ਧਾਰਮਿਕ ਪੱਖੋਂ ਗੱਲ ਕਰੀਏ ਤਾਂ ਇਸ ਸਮੇਂ ਜੈਨ ਧਰਮ ਤੇ ਬੌਧ ਧਰਮ ਜੋ ਸੀ ਉਹ ਆਪਣੀ ਚੜ੍ਹ ਦੇ ਵਿੱਚ ਸੀ। ਭਾਰਤ ਦੇ ਵਿੱਚ ਜੈਨ ਧਰਮ ਔਰ ਬੌਧ ਧਰਮ ਜੋ ਸੀ ਉਹ ਆਪਣੀ ਚੜ੍ਹ ਦੇ ਵਿੱਚ ਆ ਚੁੱਕੇ ਸੀ। ਜੇਕਰ ਆਪਾਂ ਜੈਨ ਧਰਮ ਦੀ ਗੱਲ ਕਰੀਏ, ਜੋ ਜੈਨ ਸ਼ਬਦ ਹੈ ਉਹ ਜਿੰਨ ਤੋਂ ਬਣਿਆ, ਜਿਸ ਦਾ ਅਰਥ ਹੈ ਜੇਤੂ। ਠੀਕ ਹੈ, ਜੈਨ ਧਰਮ ਜੋ ਹੈ ਭਾਰਤ ਦਾ ਪ੍ਰਾਚੀਨ ਧਰਮ ਹੈ। ਇਸ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਵਿਗਿਆਨਕ ਧਰਮ ਮਤਲਬ ਵਿਗਿਆਨ ਦੇ ਤੱਥਾਂ ਦੇ ਜਾਂ ਫੈਕਟ ਕਹਿ ਲਈਏ ਉਹਨਾਂ ਦੇ ਉੱਪਰ ਆਧਾਰਿਤ ਸੀ। ਇਸ ਦੇ ਜੋ ਸੰਸਥਾਪਕ ਸੀ ਭਗਵਾਨ ਰਿਸ਼ਵ ਦੇਵ ਸੀ, ਜਿਨ੍ਹਾਂ ਨੂੰ ਪਹਿਲੇ ਤੀਰਥੰਕਰ ਵੀ ਕਿਹਾ ਜਾਂਦਾ ਹੈ। ਠੀਕ ਹੈ, ਜੈਨ ਧਰਮ ਦੇ ਸੰਸਥਾਪਕ ਜੋ ਸੀ ਰਿਸ਼ਵ ਦੇਵ ਸੀ, ਨਾ ਕਿ ਦੂਸਰੇ ਸੀ ਮਹਾਵੀਰ। ਇਹਦੇ ਤੇ ਕਾਫੀ ਕਨਫਿਊਜ਼ਨ ਹੁੰਦੀ ਹੈ, ਪੇਪਰ ਵਿੱਚ ਕੁਐਸਚਨ ਆਉਂਦਾ ਹੈ ਕਿ ਜੈਨ ਧਰਮ ਦੇ ਸੰਸਥਾਪਕ ਕੌਣ ਸੀ। ਲੋਕ ਮਹਾਵੀਰ ਲਗਾ ਕੇ ਆ ਜਾਂਦੇ ਆ, ਲੇਕਿਨ ਭਗਵਾਨ ਰਿਸ਼ਵ ਦੇਵ ਜੋ ਸੀ ਉਹ ਜੈਨ ਧਰਮ ਦੇ ਸੰਸਥਾਪਕ ਸੀ। ਜੈਨ ਧਰਮ ਵਿੱਚ ਕੁੱਲ 24 ਤੀਰਥੰਕਰ ਹੋਏ ਆ। ਤੁਸੀਂ ਸਿਰਫ ਪਹਿਲੇ ਦਾ ਨਾਂ ਔਰ 23ਵੇਂ ਔਰ 24ਵੇਂ ਦਾ ਨਾਂ ਯਾਦ ਰੱਖਣਾ ਹੈ। ਪਹਿਲੇ ਜੋ ਸੀ ਭਗਵਾਨ ਰਿਸ਼ਵ ਦੇਵ ਸੀ, 23ਵੇਂ ਜੋ ਸੀ ਪਾਰਸ਼ਵਨਾਥ ਸੀ, ਔਰ 24ਵੇਂ ਜੋ ਸੀ ਮਹਾਵੀਰ ਸੀ। ਠੀਕ ਹੈ, ਮਹਾਵੀਰ ਦਾ ਅਗਰ ਜਨਮ ਪੁੱਛ ਲਿਆ ਜਾਵੇ ਤਾਂ ਉਹ ਵਿਸ਼ਾਲੀ ਦੇ ਨੇੜੇ ਕੁੰਡਨਪੁਰ ਨਗਰ ਬਿਹਾਰ ਦੇ ਵਿੱਚ ਹੋਇਆ। ਮਹਾਵੀਰ ਦੇ ਪਿਤਾ ਦਾ ਨਾਮ ਸਿਧਾਰਥ ਸੀ ਔਰ ਮਾਤਾ ਦਾ ਨਾਮ ਤ੍ਰਿਸ਼ਲਾ ਸੀ। ਠੀਕ ਹੈ, ਉਹਨਾਂ ਨੇ ਕੀ ਕੀਤਾ ਕਿ 30 ਸਾਲ ਦਾ ਗ੍ਰਹਿਸਥ ਜੀਵਨ ਬਤੀਤ ਕਰਨ ਤੋਂ ਬਾਅਦ ਉਸ ਗ੍ਰਹਿਸਥੀ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਤਪੱਸਿਆ ਕੀਤੀ। ਇਹ ਨਹੀਂ ਪੁੱਛਿਆ ਜਾਏਗਾ ਕਿ ਕਿੰਨੇ ਸਾਲ ਜਾਂ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੇ ਤਪੱਸਿਆ ਕੀਤੀ, ਸੋ ਆਪਣੇ ਲਈ ਉਹ ਮਹੱਤਵਪੂਰਨ ਨਹੀਂ ਹੈ। ਫਿਰ ਵੀ 12 ਸਾਲ 6 ਮਹੀਨੇ 15 ਦਿਨ ਉਹਨਾਂ ਨੇ ਕਠੋਰ ਤਪ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਕੀ ਹੋਇਆ, ਗਿਆਨ ਦੀ ਪ੍ਰਾਪਤੀ ਹੋ ਗਈ। ਗਿਆਨ ਜਿਸ ਨੂੰ ਕੈਵਲਿਆ ਕਿਹਾ ਗਿਆ। ਠੀਕ ਹੈ, ਉਸ ਤੋਂ ਬਾਅਦ ਕੀ ਹੋਇਆ ਕਿ ਮਹਾਵੀਰ ਜੋ ਹੈ ਜਿੰਨ ਜਾਂ ਜੇਤੂ ਹੋਣ ਲੱਗੇ। ਇਸ ਤੋਂ ਹੀ ਜੈਨ ਧਰਮ ਦੀ ਜੋ ਹੈ ਸਥਾਪਨਾ, ਮਤਲਬ ਆਪਣੇ ਉੱਚੇ ਲੈਵਲ ਦੇ ਵਿੱਚ ਜੋ ਹੈ ਜੈਨ ਧਰਮ ਪਹੁੰਚ ਚੁੱਕਿਆ ਸੀ। ਮਹਾਤਮਾ ਬੁੱਧ ਜੋ ਹੈ 72 ਸਾਲ ਦੀ ਉਮਰ ਦੇ ਵਿੱਚ ਪਾਣਾਪੁਰੀ ਵਿਖੇ ਜੋ ਹੈ ਜੋਤੀ ਜੋਤ ਸਮਾ ਗਏ। ਜੈਨ ਧਰਮ ਦੇ 5 ਸਿਧਾਂਤ ਸੀ, ਇਹਨਾਂ ਉੱਪਰ ਕੁਐਸਚਨ ਆਉਂਦਾ ਹੈ। 5 ਸਿਧਾਂਤ ਕਿਹੜੇ ਕਿਹੜੇ ਸੀ? ਅਹਿੰਸਾ, ਸੱਚ, ਅਸਤਿਆ, ਬ੍ਰਹਮਚਰਯ ਔਰ ਅਪਰਿਗ੍ਰਹਿ। ਅਹਿੰਸਾ ਦਾ ਮਤਲਬ ਕਿਸੇ ਜੀਵ ਦੀ ਹੱਤਿਆ ਨਾ ਕਰਨਾ। ਇਸ ਨੂੰ ਗਾਂਧੀ ਬਹੁਤ ਫੋਲੋ ਕਰਦੇ ਸੀ ਕਿ ਅਹਿੰਸਾ ਦੇ ਮਾਰਗ ਤੇ ਚੱਲੋ। ਸੱਚ ਦਾ ਮਤਲਬ ਹਮੇਸ਼ਾ ਸੱਚ ਬੋਲਣਾ। ਇਹ ਥੋੜੇ ਜਿਹੇ ਕਠੋਰ ਸਿਧਾਂਤ ਸੀ। ਜੇਕਰ ਕੋਈ ਵਿਅਕਤੀ ਦੀ ਜਾਨ ਬਚਾਉਣੀ ਹੈ
ਆਪਾਂ ਤਾਂ ਅਗਰ ਉਹਦੇ ਲਈ ਝੂਠ ਬੋਲਣਾ ਪੈ ਜੇ ਤਾਂ ਆਪਾਂ ਝੂਠ ਬੋਲ ਦਿੰਦੇ ਆ। ਲੇਕਿਨ ਜੈਨ ਧਰਮ ਕਹਿੰਦਾ ਸੀ ਕਿ ਹਮੇਸ਼ਾ ਤੁਸੀਂ ਸੱਚ ਹੀ ਬੋਲੋ, ਵਿਅਕਤੀ ਮਰਦਾ ਤਾਂ ਮਰ ਜੇ, ਸੱਚ ਦਾ ਸਾਥ ਨਾ ਛੱਡੋ। ਅਸੱਤਿਆ ਮਤਲਬ ਚੋਰੀ ਨਾ ਕਰਨਾ, ਇਹ ਗਾਂਧੀ ਦਾ ਵੀ ਸਿਧਾਂਤ ਰਿਹਾ। ਬ੍ਰਹਮਚਰਿਆ ਮਤਲਬ ਸੰਯਮ ਪੂਰਵਕ ਜੀਵਨ ਬਤੀਤ ਕਰਨਾ, ਮਤਲਬ ਕਿਸੇ ਚੀਜ਼ ਦੀ ਅਤੀ ਨਹੀਂ ਕਰਨਾ। ਜੇਕਰ ਕਿਸੇ ਨੇ ਕੋਠੀ ਪਾ ਲਈ ਹੈ ਤਾਂ ਆਪਾਂ ਵੇਖ ਕੇ ਜਲਦੇ ਨਾ ਰਹੀਏ, ਆਪਾਂ ਓਨੇ ਕੋ ਹੀ ਪਿਆਰ ਪ੍ਰਸਾਰੀਏ ਜਿੰਨੀ ਕੋ ਆਪਣੀ ਚਾਦਰ ਹੈ। ਠੀਕ ਹੈ। ਅਪਰਿਗ੍ਰਹਿ ਦਾ ਮਤਲਬ ਹੈ ਜ਼ਰੂਰਤ ਤੋਂ ਜ਼ਿਆਦਾ ਇਕੱਠਾ ਨਾ ਕਰਨਾ। ਮਤਲਬ ਕੁਝ ਲੋਕ ਐਵੇਂ ਕਰਦੇ ਆ ਕਿ ਧਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ, ਜਿਸ ਨੂੰ ਆਪਾਂ ਕਾਲਾ ਧਨ ਵੀ ਕਹਿ ਦਿੰਦੇ ਆ। ਜੇਕਰ ਮੰਨ ਕੇ ਚੱਲੋ ਇਹਨੂੰ ਆਪਾਂ ਹੁਣ ਦੇ ਸਮੇਂ ਦੇ ਵਿੱਚ ਨਾਲ ਰਿਲੇਟ ਕਰੀਏ ਤਾਂ ਜਿਵੇਂ ਲੋਕਡਾਊਨ ਲੱਗਦਾ ਹੈ ਤਾਂ ਕੁਝ ਲੋਕ ਕੀ ਕਰਦੇ ਆ ਕਿ ਜ਼ਰੂਰਤ ਤੋਂ ਜ਼ਿਆਦਾ ਵਸਤੂਆਂ ਨੂੰ ਘਰ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਆ। ਉਸ ਨੂੰ ਹੀ ਕਿਹਾ ਗਿਆ ਕਿ ਅਪਰਿਗ੍ਰਹਿ ਨਾ ਕਰਨਾ, ਮਤਲਬ ਜ਼ਰੂਰਤ ਤੋਂ ਜ਼ਿਆਦਾ ਚੀਜ਼ਾਂ ਨੂੰ ਇਕੱਠਾ ਨਾ ਕਰਨਾ। ਹਰੇਕ ਨੂੰ ਉਸ ਚੀਜ਼ ਦੀ ਜ਼ਰੂਰਤ ਹੈ, ਇਹ ਨਹੀਂ ਕਿ ਆਪਾਂ ਜ਼ਰੂਰਤ ਤੋਂ ਜ਼ਿਆਦਾ ਇਕੱਠਾ ਕਰ ਲਿਆ ਉਸ ਨੂੰ ਬਾਅਦ ਚ ਜ਼ਿਆਦਾ ਰੇਟ ਦੇ ਵਿੱਚ ਵੇਚਿਆ ਜਾਏ। ਠੀਕ ਹੈ। ਹਰੇਕ ਜੀਵ ਜੋ ਸੀ ਉਹ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ ਸੀ। ਜੈਨ ਧਰਮ ਦੇ 3 ਰਤਨ ਸੀ, ਜਿਸ ਨੂੰ ਤ੍ਰਿਰਤਨ ਕਿਹਾ ਗਿਆ, ਸੱਚਾ ਗਿਆਨ, ਸੱਚੀ ਸ਼ਰਧਾ ਔਰ ਸੱਚਾ ਆਚਰਣ। ਜੈਨ ਧਰਮ ਜਦੋਂ ਮਹਾਵੀਰ ਜਦੋਂ ਜੋਤੀ ਜੋਤ ਸਮਾ ਗਏ ਤਾਂ ਜੈਨ ਧਰਮ ਜੋ ਸੀ ਉਹ 2 ਸੰਪਰਦਾਇਆਂ ਦੇ ਵਿੱਚ ਵੰਡਿਆ ਗਿਆ। ਪਹਿਲਾ ਦਿਗੰਬਰ, ਦੂਸਰਾ ਸ਼ਵੇਤੰਬਰ। ਦਿਗੰਬਰ ਮਤਲਬ ਜੋ ਕੱਪੜੇ ਨਹੀਂ ਪਾਉਂਦੇ ਆ, ਔਰ ਸ਼ਵੇਤੰਬਰ ਮਤਲਬ ਚਿੱਟੇ ਕੱਪੜੇ। ਸ਼ਵੇਤ ਦਾ ਮਤਲਬ ਸਾਫ਼ ਹੀ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਸ਼ਵੇਤ ਮਤਲਬ ਚਿੱਟਾ ਹੀ ਹੁੰਦਾ। ਜੋ ਚਿੱਟੇ ਕੱਪੜੇ ਪਾਉਂਦੇ ਆ ਉਹ ਦਿਗੰਬਰ ਕੋਲ ਆਏ। ਜੋ ਜੈਨ ਧਰਮ ਦੇ ਅਨੁਯਾਈ ਮਤਲਬ ਉਹਨੂੰ ਮੰਨਣ ਵਾਲੇ ਸੀ ਉਹ ਸ਼ਾਕਾਹਾਰੀ ਸੀ, ਮਤਲਬ ਬਿਲਕੁਲ ਮਾਸ ਮੀਟ ਅੰਡਾ ਵਗੈਰਾ ਨਹੀਂ ਖਾਂਦੇ ਸੀ। ਇਸ ਤੋਂ ਬਾਅਦ ਗੱਲ ਆਉਂਦੀ ਹੈ ਬੁੱਧ ਧਰਮ ਦੀ, ਕਿਉਂਕਿ 2 ਹੀ ਧਰਮ ਇਸ ਸਮੇਂ ਹਿੰਦੂ ਧਰਮ ਨੂੰ ਛੱਡ ਕੇ ਲੋਕ ਜੈਨ ਧਰਮ ਔਰ ਬੁੱਧ ਧਰਮ ਨੂੰ ਅਪਣਾਉਣਾ ਸ਼ੁਰੂ ਕਰ ਰਹੇ ਸੀ। ਕਿਉਂਕਿ ਹਿੰਦੂ ਧਰਮ ਵਿੱਚ ਉਸ ਸਮੇਂ ਬਹੁਤ ਸਾਰੀਆਂ ਕੀ ਹੈ ਕੁਰੀਤੀਆਂ ਆ ਗਈਆਂ ਸੀ। ਬੌਧ ਧਰਮ ਦੇ ਸੰਸਥਾਪਕ ਜੋ ਸੀ ਗੌਤਮ ਬੁੱਧ, ਜਿਨ੍ਹਾਂ ਦਾ ਨਾਂ ਹੈ ਅਸਲੀ ਨਾਂ ਸੀ ਸਿਧਾਰਥ। ਇਹਦੇ ਤੇ ਕੁਐਸਚਨ ਆਉਂਦਾ ਹੈ ਬੌਧ ਧਰਮ ਦੇ ਸੰਸਥਾਪਕ ਕੌਣ ਸੀ? ਗੌਤਮ ਬੁੱਧ ਸੀ ਔਰ ਉਹਨਾਂ ਦਾ ਅਸਲੀ ਨਾਮ ਸਿਧਾਰਥ ਸੀ। ਜੈਨ ਧਰਮ ਦੇ ਸੰਸਥਾਪਕ ਜੋ ਸੀ ਰਿਸ਼ਭਦੇਵ ਸੀ ਔਰ ਪਹਿਲੇ ਤੀਰਥੰਕਰ ਸੀ, ਤੇ 24ਵੇਂ ਤੀਰਥੰਕਰ ਮਹਾਵੀਰ ਸੀ। ਠੀਕ ਹੈ। ਬੁੱਧ ਦਾ ਅਰਥ ਕੀ ਹੈ? ਗਿਆਨਵਾਨ ਪੁਰਸ਼। ਜੋ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਹ ਮਹਾਤਮਾ ਬੁੱਧ ਆ, ਗੌਤਮ ਬੁੱਧ ਆ। ਜਦੋਂ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਉਦੋਂ ਹੀ ਉਹਨਾਂ ਦਾ ਨਾਮ ਮਹਾਤਮਾ ਬੁੱਧ ਰੱਖਿਆ ਗਿਆ। ਪਹਿਲਾ ਨਾਮ ਉਹਨਾਂ ਦਾ ਸਿਧਾਰਥ ਸੀ। ਠੀਕ ਹੈ। ਜੇਕਰ ਮਹਾਤਮਾ ਬੁੱਧ ਦੀ ਆਪਾਂ ਜਨਮ ਦੀ ਗੱਲ ਕਰੀਏ ਤਾਂ ਸ਼ਕ ਰਾਜਵੰਸ਼ ਵਿੱਚ ਹੋਇਆ, ਨੇਪਾਲੀ ਦੀ ਤਰਾਈ ਅਤੇ ਲੁੰਬਣੀ ਨਾਂ ਦੇ ਪਿੰਡ ਵਿੱਚ। ਪਿਤਾ ਦਾ ਨਾਮ ਸੁਸ਼ੋਧਨ ਸੀ, ਜਿਨ੍ਹਾਂ ਦੀ ਰਾਜਧਾਨੀ ਕਪਿਲਵਸਤੂ ਸੀ, ਔਰ ਮਾਤਾ ਦਾ ਨਾਮ ਮਹਾਮਾਇਆ ਸੀ। ਮਹਾਤਮਾ ਬੁੱਧ ਦੇ ਜਨਮ ਦੇ ਕੁਝ ਚਿਰ ਪਿੱਛੋਂ ਹੀ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੀ ਮਾਸੀ ਜਾਂ ਮਤਰੇਈ ਮਾਂ ਨੇ ਸ਼ਾਇਦ ਪਾਲਿਆ ਸੀ। ਸੋ ਅੱਜ ਦਾ ਇੰਨਾ ਹੀ ਸੀ ਹਿਸਟਰੀ ਦਾ ਟੌਪਿਕ। ਇਸ ਤੋਂ ਬਾਅਦ ਆਪਾਂ CDP ਬਾਰੇ ਡਿਸਕਸ ਕਰਾਂਗੇ ਔਰ ਇੱਕ ਪਾਲਿਸੀ ਪੜਾਂਗੇ, ਰਾਈਟ ਟੂ ਐਜੂਕੇਸ਼ਨ ਐਕਟ, ਔਰ CDP ਵਿੱਚ ਸਿੱਖਿਆ ਮਨੋਵਿਗਿਆਨ ਬਾਰੇ ਡਿਸਕਸ ਕਰਾਂਗੇ। ਅਗਰ ਕਿਸੇ ਦਾ ਡਾਊਟ ਹੈ ਇਹਦੇ ਵਿੱਚ ਤਾਂ ਪੁੱਛ ਲਓ। ਮੈਂ ਇੱਕ ਵਾਰੀ ਅਨਮਿਊਟ ਕਰਨ ਲੱਗਿਆ, ਸੋ ਹੈਂਡ ਰੇਜ਼ ਕਰ ਲਿਓ। ਹਾਂਜੀ, ਪੁੱਛ ਸਕਦੇ ਹੋ। ਹੈਲੋ, ਅਨਮਿਊਟ ਹੋ ਰਿਹਾ? ਓਕੇ, ਗੁੱਡ ਮਾਰਨਿੰਗ। ਹੈਪੀ ਬੋਲੋ, ਫਿਰ ਵੰਸ਼ ਬੋਲ ਲੈਣਾ। ਇੱਕ ਵਾਰੀ ਮਿਊਟ ਕਰ ਲਓ ਬਾਕੀ। ਦੇਖੋ ETT ਵਾਲਿਆਂ ਔਰ BEd ਵਾਲਿਆਂ ਦੋਨੋਂ ਨੇ ਅਪਲਾਈ ਕੀਤਾ ਹੈ, ਪਰ ਇਹਨਾਂ ਨੂੰ ਰੱਖਣਗੇ ਜਾਂ ਨਹੀਂ ਇਹ ਸਕਰੂਟਨੀ ਵੇਲੇ ਪਤਾ ਲੱਗੇਗਾ, ਜਾਂ ਬਾਅਦ ਚ ਰਿਜ਼ਲਟ ਤੋਂ ਬਾਅਦ ਕੇਸ ਲੱਗਦਾ ਤਾਂ ਹੋ ਸਕਦਾ ਹੈ ਕੋਰਟ ਦੇ ਡਿਸੀਜਨ ਕੋਈ, ਸੋ ਰੱਖ ਲੈਣ ਤਾਂ ਬਾਕੀ ਵਧੀਆ, ਕਿਉਂਕਿ ਵੈਕੈਂਸੀਆਂ ਕਾਫੀ ਨੇ, NTT ਵਾਲੇ ਬਹੁਤ ਘੱਟ ਆ।
ਏਟੀਟੀ ਵਾਲੇ ਕਾਫੀ ਸਾਰੇ ਪੀਟੈਟ ਔਰ ਵਾਲੇ ਕਲੀਅਰ ਆ। ਸੋ ਹੱਕ ਤਾਂ ਬਣਦਾ ਆਪਣਾ ਏਟੀਟੀ ਵਾਲਿਆਂ ਦਾ। ਹਾਂਜੀ ਹਾਂਜੀ ਮੀਨਾਕਸ਼ੀ, ਨੋਟਸ ਤੁਸੀਂ ਪਰਸਨਲੀ ਮੈਸੇਜ ਕਰ ਦਿਓ ਮੈਨੂੰ। ਮੈਂ ਜਿੱਥੇ ਲਿੰਕ ਸੈਂਡ ਕੀਤਾ ਹੈ ਉੱਥੇ ਹੀ ਉਹੀ ਨੰਬਰ ਤੇ ਹੀ ਮੈਨੂੰ ਮੈਸੇਜ ਕਰ ਦਿਓ। ਓਕੇ। ਹਾਂਜੀ ਵੰਸ਼, ਕਲਾਸ ਦਾ ਟਾਈਮਿੰਗ ਦਾ ਨਹੀਂ ਪਤਾ ਹੈਗਾ। 10:30 ਤੋਂ ਹੀ ਹੋਇਆ ਕਰੇਗੀ ਮੀਟਿੰਗ। ਡੇਲੀ ਫਿਕਸ ਕੀਤਾ ਹੋਇਆ ਨਾ, ਕੱਲ ਤੋਂ ਫਿਕਸ ਹੋ ਗਿਆ ਸੀ। ਕੱਲ ਸ਼ਾਮ ਨੂੰ ਲੱਗੀ ਸੀ 8 ਤੋਂ 9 ਸੀਡੀਪੀ ਦੀ। ਉਹ ਮੈਂ ਸੋਚਿਆ ਸੀ ਕਿ ਸੀਡੀਪੀ ਵੀ ਅੱਜ ਦੇ ਇਸੇ ਟਾਈਮ ਹੀ ਕਰਾ ਲਈਏ। ਸੋ ਸੀਡੀਪੀ ਦੀ ਮੈਂ ਪੀਪੀਟੀ ਤਿਆਰ ਕਰ ਲਈ ਸੀ ਉਹ, ਪਰ ਇਹਦੇ ਵਿੱਚ ਸ਼ੋ ਨਹੀਂ ਹੋ ਰਹੀ ਜ਼ੂਮ ਦੇ ਵਿੱਚ, ਵਰਨਾ ਮੈਂ ਸੀਡੀਪੀ ਦਾ ਹੀ ਲੈਣਾ ਸੀ ਲੈਕਚਰ। ਅਗਰ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਤਾਂ ਮੈਂ ਸੀਡੀਪੀ ਦਾ ਲੈਕਚਰ ਲੈ ਲੈਣਾ। ਐਕਚੁਅਲੀ ਮੇਰੇ ਨੋਟਸ ਬਣਾਏ ਹੋਏ ਨੇ, ਮੈਨੇ ਤਾਂ ਰਿਵੀਜ਼ਨ ਕਰਨੀ ਹੈ ਮਤਲਬ। ਓਕੇ ਓਕੇ, ਹਾਂ ਕੋਈ ਨਹੀਂ, ਤੁਸੀਂ ਕਰ ਸਕਦੇ, ਜੁਆਇਨ ਕਰ ਲੈਣਾ। ਸਰ ਜਿਹੜਾ ਪ੍ਰਿੰਸੀਪਲ ਵਾਲਾ ਟੌਪਿਕ ਹੈ ਉਹ ਤੁਸੀਂ ਕਰਵਾਓਗੇ ਇੱਥੇ ਕਵਰ? ਕਿਹੜਾ ਟੌਪਿਕ? ਪ੍ਰਿੰਸੀਪਲ ਇੱਕ ਟੌਪਿਕ ਹੈ ਨਾ ਜੀਡੀਪੀ ਤੋਂ ਉੱਪਰ 15 ਮਾਰਕਸ ਦਾ, ਜਿੰਦੇ ਚ ਪਾਲਿਸੀਜ਼ ਵਗੈਰਾ, ਹਿਸਟੋਰੀਕਲ ਵਾਲਾ ਨਾ, ਹਿਸਟੋਰੀਕਲ ਬੈਕਗਰਾਉਂਡ ਆਫ ਐਂਟੀਟੀ, ਇਸ ਤਰ੍ਹਾਂ ਕੁਝ ਹੈ। ਹਾਂ, ਉਹਦੇ ਵਿੱਚ ਪਾਲਿਸੀ ਅੱਜ ਡਿਸਕਸ ਕਰਨੀ ਸੀ ਨਾ ਇੱਕ, ਉਹ ਪੀਪੀਟੀ ਮੈਂ ਬਣਾਈ ਸੀ ਲੇਕਿਨ ਹੋ ਨਹੀਂ, ਉਹ ਪੀਡੀਐਫ ਵਿੱਚ ਕਨਵਰਟ ਨਹੀਂ ਹੋ ਰਹੀ। ਸੋ ਅਗਰ ਕੋਈ ਪੀਪੀਟੀ ਨੂੰ ਪੀਡੀਐਫ ਵਿੱਚ ਕਨਵਰਟ ਕਰ ਦੇਗਾ ਤਾਂ ਮੈਂ ਹੁਣੇ ਹੀ ਉਹਨੂੰ ਸ਼ੋ ਕਰ ਦਾਂਗਾ। ਦੱਸ ਦਿਓ ਕੋਈ ਅਗਰ ਹੈ ਐਕਸਪਰਟ ਇਹਦੇ ਵਿੱਚ। ਪੀਪੀਟੀ ਨੂੰ ਪੀਡੀਐਫ ਵਿੱਚ ਕਨਵਰਟ ਕਰਨਾ ਹੈ। ਹਾਂਜੀ ਰਜਨੀ। ਹਾਂਜੀ ਸਰ, ਇਹ ਨਾ ਤੁਸੀਂ ਲਾਸਟ ਵਿੱਚ ਕਰਵਾਇਆ ਸੀਗਾ ਕਿ ਬੁੱਧ ਧਰਮ ਦੇ ਜਿਹੜੇ ਪਹਿਲੇ ਸੰਸਥਾਪਕ ਸੀ ਉਹ ਗੌਤਮ ਬੁੱਧ ਸੀ, ਫਿਰ ਉਹਨਾਂ ਦੇ ਮਤਲਬ ਬੁੱਧ ਦਾ ਗਿਆਨ, ਜਨਮ, ਪਿਤਾ, ਮਾਤਾ ਦਾ ਨਾਮ। ਹਾਂਜੀ, ਇੱਕ ਤੁਸੀਂ ਬੋਲ ਕੇ ਦੱਸਿਆ ਸੀਗਾ ਕਿ ਉਹਦੇ ਜਿਹੜੇ ਦੂਸਰੇ ਸੰਸਥਾਪਕ ਸੀ, ਤੀਸਰੇ ਸੰਸਥਾਪਕ ਨਹੀਂ ਸੀ। ਬੌਧ ਧਰਮ ਦੇ ਇੱਕ ਹੀ ਸੰਸਥਾਪਕ ਸੀ। ਜੈਨ ਧਰਮ ਦੇ ਵਿੱਚ ਤੀਰਥੰਕਰ ਸੀ, ਉਹ 24 ਤੀਰਥੰਕਰ ਸੀ। ਪਹਿਲੇ ਸੀ ऋषभदेव, ਫਿਰ 23ਵੇਂ ਸੀ ਪਾਰਸ਼ਵਨਾਥ ਔਰ 24ਵੇਂ ਮਹਾਵੀਰ ਸੀ। ਇਹ ਤਿੰਨਾਂ ਦਾ ਨਾਮ ਯਾਦ ਰੱਖ ਲਓ, ਇਹਨਾਂ ਤਿੰਨਾਂ ਉੱਪਰ ਹੀ ਕੁਐਸਚਨ ਆਏਗਾ ਜੇ ਆਇਆ ਤਾਂ। ਪਹਿਲੇ ਇਹ ਵੈਸੇ ਲੈਕਚਰ ਰਿਕਾਰਡ ਹੋ ਰਿਹਾ ਹੈ, YouTube ਤੇ ਜਾਏਗਾ ਲੈਕਚਰ, ਸੋ ਉਹਦੀ ਟੈਨਸ਼ਨ ਨਾ ਲਓ। ਅਗਰ ਤੁਸੀਂ ਨੋਟ ਕਰਨਾ ਹੈ, ਪਹਿਲੇ ਸੀ ऋषभदेव, ਔਰ 23ਵੇਂ ਸੀ ਪਾਰਸ਼ਵਨਾਥ, 24ਵੇਂ ਸੀ ਮਹਾਵੀਰ। ਕਿਹੜੇ ਚੈਨਲ ਤੇ ਲੈਕਚਰ? ਉਹ ਲਿੰਕ ਮੈਂ ਗਰੁੱਪ ਵਿੱਚ ਹੀ ਸ਼ੇਅਰ ਕਰ ਦਾਂਗਾ, ਟ੍ਰਿਕ ਮਾਸਟਰ ਨਾਮ ਦੇ ਹੋਏਗਾ ਚੈਨਲ। ਬਾਕੀ ਲਿੰਕ, ਹਾਂਜੀ ਕੌਣ ਬੋਲ ਰਿਹਾ ਸੀ? ਹਾਂਜੀ ਬੁੱਧ ਧਰਮ ਦੇ, ਜਿਹੜਾ ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਹੈ, ਹਾਂਜੀ, ਉਹਨਾਂ ਦਾ ਅਸਲ ਨਾਮ ਸਿਧਾਰਥ ਸੀ। ਸਰ ਉਹਨਾਂ ਨੂੰ ਪੁੱਛਣਗੇ ਸੰਸਥਾਪਕ ਕੌਣ ਸੀ, ਗੌਤਮ ਬੁੱਧ ਲਿਖਣਾ ਹੈ ਜਾਂ ਫਿਰ ਸਿਧਾਰਥ ਲਿਖਾਂਗੇ ਆਪਾਂ? ਨਹੀਂ, ਦੋਵੇਂ ਨਾਮ ਨਹੀਂ ਪੁੱਛਣਗੇ ਕਦੇ ਵੀ। ਉਹਨਾਂ ਦਾ ਮੁੱਢਲਾ ਨਾਮ ਸੀ ਸਿਧਾਰਥ। ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਉਦੋਂ ਬੁੱਧ ਕਲਾਏ ਉਹ, ਗੌਤਮ ਬੁੱਧ। ਕੱਲ ਕਿਸੇ ਨੇ ਇੱਕ ਕੁਐਸਚਨ ਪੁੱਛਿਆ ਸੀ, ਹੜੱਪਾ ਸਭਿਅਤਾ ਦੇ ਵਿੱਚ ਪੰਛੀ ਦਾ ਇੱਕ ਨਾਮ ਆਇਆ, ਓਮ ਪ੍ਰਕਾਸ਼ ਉਹਨਾਂ ਦਾ ਨਾਮ ਸੀ। ਉਹਦੇ ਬਾਰੇ ਮੈਂ ਰਿਸਰਚ ਕੀਤੀ ਸੀ। ਕੋਈ ਬਤਖ ਵਗੈਰਾ ਜਾਂ ਕੋਈ ਹੋਰ ਇਹੋ ਜਿਹੇ ਪੰਛੀ ਦਾ ਨਾਮ ਨਹੀਂ ਪੜਿਆ ਮੈਂ। ਐਨਸੀਆਰਟੀ ਮੈਂ +2 ਤੱਕ ਖੰਗਾਲੀ, ਸਿਰਫ ਇੱਕ ਨਾਮ ਮਿਲਿਆ, ਹਾਜਾ ਪੰਛੀ ਉਹਨੂੰ ਕਿਹਾ ਜਾਂਦਾ ਹੈ। ਹਾਜਾ ਪੰਛੀ ਦਾ ਮਤਲਬ ਮੋਰ। ਅਗਰ ਕੁਐਸਚਨ ਆਉਂਦਾ ਹੈ ਹੜੱਪਾ ਸਭਿਅਤਾ ਦੇ ਵਿੱਚ ਕਿਹੜੇ ਪੰਛੀ ਦਾ ਜ਼ਿਕਰ ਹੋਇਆ, ਤਾਂ ਉਹ ਹਾਜਾ ਪੰਛੀ ਸੀ ਜਿਹਨੂੰ ਮੋਰ ਕਿਹਾ ਜਾਂਦਾ। ਸੋ ਨੋਟ ਡਾਊਨ ਕਰ ਲਿਓ। ਦੋ ਲੈਕਚਰ, ਅੱਜ ਤੀਸਰਾ ਹੈ।
YouTube ਤੇ ਅਵੇਲੇਬਲ ਹੋਣਗੇ? 2 ਲੈਕਚਰ ਅਵੇਲੇਬਲ ਹੋ ਚੁੱਕੇ ਆ, ਤੀਸਰਾ ਅੱਜ ਜਦੋਂ ਅਪਲੋਡ ਹੋਏਗਾ ਮਿਲ ਜਾਏਗਾ। ਫਿਰ ਤੁਸੀਂ ਪਲੀਜ਼ ਲਿੰਕ ਸੈਂਡ ਕਰੋ। ਹਾਂ ਹਾਂ, ਤੁਸੀਂ ਟੈਲੀ ਤੋਂ ਜੁਆਇਨ ਕੀਤਾ ਜਾਂ WhatsApp ਤੋਂ? ਮੈਂ ਟੈਲੀਗ੍ਰਾਮ ਤੋਂ ਜੁਆਇਨ ਕੀਤਾ ਹੈ। ਓਕੇ ਓਕੇ, ਹਾਂ ਮੈਂ ਟੈਲੀ ਵਿੱਚ ਲਿੰਕ ਭੇਜਦਾ। ਜਸ਼ਨਪ੍ਰੀਤ ਸਿੰਘ ਹੈਂਡ ਰੇਜ਼ ਕੀਤਾ ਹੋਇਆ, ਬੋਲ ਲਓ ਤੁਸੀਂ। ਪ੍ਰਭਦੀਪ ਕੌਰ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਐਕਚੁਅਲੀ ਮੈंने ਵੀ ਅੱਜ ਫਸਟ ਟਾਈਮ ਕਲਾਸ ਲਈ ਤੁਹਾਡੀ। ਮੈਨੂੰ ਬਹੁਤ ਵਧੀਆ ਲੱਗੇ ਤੁਹਾਡੇ ਲੈਕਚਰ। ਸਰ ਜੋ ਪਹਿਲਾਂ ਤੁਸੀਂ ਟੌਪਿਕ ਕਰਵਾ ਚੁੱਕੇ ਹੋ ਹਿਸਟਰੀ ਦੇ, ਤੁਹਾਡੇ 2 ਹੀ ਲੈਕਚਰ ਹੋ ਗਏ ਨੇ, ਇਸ ਤੋਂ ਪਹਿਲਾਂ ਤੁਸੀਂ ਸਿੱਖਸ ਯਾਨੀ ਕਿ ਕੁਝ ਹੋਰ ਵੀ ਕਰਵਾਇਆ ਕਰ ਕਲਾਸ ਵਿੱਚ? ਹਿਸਟਰੀ ਕਰਾਈ ਹੈ, ਕੱਲ CDP ਦੀ ਕਰਵਾਇਆ ਸੀ ਇੱਕ ਲੈਕਚਰ, ਉਹ ਰਿਕਾਰਡ ਨਹੀਂ ਕੀਤਾ ਮੈਂ ਕਿਉਂਕਿ ਮੈਂ ਖੁਦ ਲੇਟ ਟਾਈਮ ਦਿੱਤਾ ਸੀ 8 ਵਜੇ ਦਾ, ਔਰ ਮੈਂ ਖੁਦ ਲੇਟ ਹੋ ਗਿਆ, ਸੋ ਜਲਦੀ ਵਿੱਚ ਯਾਦ ਨਹੀਂ ਰਿਹਾ ਰਿਕਾਰਡ ਕਰਨਾ। ਓਕੇ, ਐਕਚੁਅਲੀ ਸਰ ਮੈंने ਅੱਜ WhatsApp ਤੋਂ ਲਿੰਕ ਨੂੰ ਕੀਤਾ, ਓਪਨ ਕੀਤਾ ਤਾਂ ਦੈਨ ਸਰ ਪਲੀਜ਼ ਮੈਨੂੰ ਤੁਹਾਡੇ ਜਿਹੜੇ ਨੋਟਸ ਨੇ ਕਿ ਲਿੰਕ ਤੋਂ ਹੀ ਪ੍ਰੋਵਾਈਡ ਹੋ ਜਾਣਗੇ। ਸਪੈਸ਼ਲੀ ਮੈਨੂੰ ਤੁਸੀਂ ਆਪਣਾ ਲਿੰਕ ਨੰਬਰ ਦੇ ਤੇ ਮੈਂ ਤੁਹਾਨੂੰ ਤੁਸੀਂ ਮੇਰੇ ਨੰਬਰ ਤੇ ਇੱਕ ਵਾਰੀ ਮੈਸੇਜ ਕਰ ਦਿਓ, ਮੇਰੇ ਨੰਬਰ ਤੇ ਮੈਸੇਜ ਕਰ ਦਿਓ। ਓਕੇ ਸਰ, ਪਲੀਜ਼, ਥੈਂਕ ਯੂ ਸਰ। ਓਕੇ ਜੀ। ਓਕੇ। ਹਾਂਜੀ, ਨਛੱਤਰ ਸਿੰਘ। ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੀਪੀਟੀ ਨੂੰ ਪੀਡੀਐਫ ਦੇ ਵਿੱਚ ਕਨਵਰਟ ਕਰਨ ਵਾਸਤੇ ਲਿੰਕ ਭੇਜਿਆ ਹੋਇਆ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਓਕੇ, ਮੈਂ ਵੈਸੇ ਕੀਤੀ ਸੀ, ਕਨਵਰਟ ਕੀਤੀ ਸੀ ਮੈਂ, ਲੇਕਿਨ ਜੋ ਮੈਂ PPT ਵਿੱਚ ਲਿਖਿਆ ਸੀ ਉਹ ਸਭ ਉਹਦੀ ਜਗ੍ਹਾ ਤੇ ਡੋਟ ਡੋਟ ਆ ਰਿਹਾ। ਹੁਣ ਇਹ ਪਤਾ ਨਹੀਂ ਕਿਉਂ ਹੋ ਰਿਹਾ, ਬਾਕੀ ਨਹੀਂ, ਮੈਂ ਇੱਕ ਐਪ ਤੇ PPT ਬਣਾਈ ਸੀ, ਉਹਨੂੰ ਮੈਂ ਕਨਵਰਟ ਕੀਤਾ ਸੀ ਇੱਕ ਐਪ ਦੇ ਥਰੂ, ਲੇਕਿਨ ਉਹਦੀ ਜਗ੍ਹਾ ਤੇ ਡੋਟ ਡੋਟ ਆ ਰਿਹਾ, ਜੋ ਕੁਝ ਨੋਟ ਡਾਊਨ ਸੀ ਉਹਦੀ ਜਗ੍ਹਾ ਤੇ ਡੋਟ ਡੋਟ ਆ ਰਿਹਾ। ਸੋ ਬਾਕੀ ਅਗਰ ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਮੈਂ ਹੁਣੇ ਕਰਵਾ ਦਿੰਦਾ। ਹਾਂਜੀ